7th ਕਲਾਸ ਦੇ ਸਾਰੇ ਸਟੂਡੈਂਟਸ ਨੂੰ ਗੁੱਡ ਮਾਰਨਿੰਗ। ਅਸੀਂ ਕਰ ਰਹੇ ਹਾਂ ਅਸਾਈਨਮੈਂਟ 91 ਔਰ ਇਸ ਅਸਾਈਨਮੈਂਟ ਦੇ ਵਿੱਚ ਸਾਡੀ ਚਰਚਾ ਹੋ ਰਹੀ ਹੈ ਫ੍ਰੈਕਸ਼ਨ ਦੀ ਤੇ ਪਰਸੈਂਟੇਜ ਦੀ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਫ੍ਰੈਕਸ਼ਨ ਕੀ ਹੈ ਜੀ। ਮੈਂ ਸਿੰਪਲ ਜੀ ਗੱਲ ਕਹਿ ਦਿੰਦਾ ਇੱਥੇ, ਫ੍ਰੈਕਸ਼ਨ ਸਾਰੀ ਹਿੱਸਿਆਂ ਦੀ ਗੱਲ ਹੈ ਜੀ। ਇਹ ਕੀ ਗੱਲ ਹੋਈ ਹਿੱਸਿਆਂ ਦੀ ਗੱਲ? ਹਿੱਸਿਆਂ ਦਾ ਮਤਲਬ ਇਹ ਆ ਕਿ ਜਿਸ ਤਰ੍ਹਾਂ ਮੈਂ ਸਿੰਪਲ ਲਿਖ ਦੇਣਾ 2 ਔਰ 5 ਤੇ ਕੋਈ ਚੀਜ਼ ਆ, ਇੱਕ ਸੇਬ ਹੀ ਆ ਤੇ ਮੈਂ ਕਹਿੰਦਾ ਜੀ ਮੈਨੂੰ ਸੇਬ 2 ਔਰ 5 ਮਿਲਣਾ ਚਾਹੀਦਾ। ਇਹਦਾ ਮਤਲਬ ਹੁੰਦਾ ਵੀ ਪਹਿਲਾਂ ਉਸ ਸੇਬ ਦੇ 5 ਬਰਾਬਰ ਹਿੱਸੇ ਕਰਨੇ ਆ, 5 ਪੀਸ ਕਰਨੇ ਆ ਤੇ ਉਹਦੇ ਚੋਂ ਮੈਂ 2 ਲੈਣੇ ਆ। 1/2 ਇੱਕ ਰੋਟੀ ਆ, ਉਹਦੇ 2 ਹਿੱਸੇ ਕਰੋ ਬਰਾਬਰ, ਇੱਕ ਮੈਂ ਲੈਣਾ ਤੇ ਉਹਨੂੰ ਆਪਾਂ ਅੱਧੀ ਕਹਿ ਦਿੰਦੇ ਤੇ ਸਾਰਾ ਹਾਫ ਆ। ਹੁਣ ਅਸੀਂ ਫ੍ਰੈਕਸ਼ਨ ਤੋਂ ਅੱਗੇ ਜਾ ਰਹੇ ਹਾਂ ਪਰਸੈਂਟੇਜ ਤੇ। ਅਸੀਂ ਫ੍ਰੈਕਸ਼ਨ ਤੋਂ ਪਰਸੈਂਟੇਜ ਕਿੱਦਾਂ ਬਣਾਉਣੀ ਹੈ ਜੀ? ਗੱਲ ਸਾਡੀ ਇਹ ਹੈ ਜੀ, ਪਰਸੈਂਟੇਜ ਪਰ ਮੈਨੇ ਵਿੱਚੋਂ ਤੇ ਸੈਂਟੇਜ ਹੁੰਦਾ 100 ਵਿੱਚੋਂ, ਪ੍ਰਤੀਸ਼ਤ ਸ਼ਤ ਹੁੰਦਾ 100 ਵਿੱਚੋਂ। ਕਹਿਣ ਦਾ ਮਤਲਬ ਮੇਰਾ ਇਹ ਵੀ ਜੇ ਮੈਂ ਲਿਖਿਆ ਵੀ 1/2 ਆ ਤੇ ਮੈਂ ਕਹਿੰਦਾ ਵੀ 2 ਹਿੱਸੇ ਕਿਤੇ ਇੱਕ ਹਿੱਸਾ ਮੇਰਾ ਵਾ, ਤੇ ਜੇ 100 ਹਿੱਸੇ ਹੁੰਦੇ ਚੀਜ਼ ਕਿਸੇ ਦੇ ਤੇ ਮੇਰੇ ਕਿੰਨੇ ਬਣਦੇ? ਮੇਰੇ 50 ਹਿੱਸੇ ਬਣਨੇ, ਮੇਰੇ ਅੱਧੇ ਬਣਨੇ। ਹੋਰ ਗੱਲ ਕਰਦੇ ਹਾਂ, ਜਿੱਦਾਂ ਮੈਂ ਕਹਿੰਦਾ ਵੀ 1/4 ਆ, ਇਹਨੂੰ ਕਹਿੰਦੇ ਚੌਥਾ ਹਿੱਸਾ 1/4। ਵੀ ਇੱਕ ਰੋਟੀ ਆ, ਉਹਦੇ 4 ਪੀਸ ਟੁਕੜੇ ਕੀਤੇ ਆ ਤੇ ਚੌਵਾਂ 'ਚੋਂ ਇੱਕ ਟੁਕੜਾ ਮੈਨੂੰ ਮਿਲਿਆ। ਤੇ ਜੇਕਰ ਕੋਈ ਚੀਜ਼ ਉਹ 100 ਹੋਵੇ, ਉਹਦੀ ਗਿਣਤੀ 100 ਹੋਵੇ ਤੇ 100 ਦੇ 'ਚੋਂ ਕਿੰਨੀਆਂ ਫਿਰ ਆਈਆਂ? ਇਸ ਹਿਸਾਬ ਨਾਲ ਮੇਰੇ ਕੋਲ 5 ਆਈਆਂ, ਇਸ ਹਿਸਾਬ ਨਾਲ ਅੱਧੀਆਂ ਆਈਆਂ। ਤੇ ਜਦੋਂ ਵੀ ਆਪਾਂ ਕਿਸੇ ਚੀਜ਼ ਦੀ ਪਰਸੈਂਟ ਫਾਈਂਡ ਕਰਦੇ ਹਾਂ, ਉਹ ਹੁੰਦੀ ਹੈ 100 ਦੇ ਵਿੱਚੋਂ। ਹੁਣ ਅਸੀਂ ਇੱਥੇ ਗੱਲ ਇੰਝ ਕਰਦੇ ਹਾਂ, 2 ਤਰੀਕੇ ਨੇ ਸਵਾਲ ਨੂੰ ਸੋਲਵ ਕਰਨ ਦੇ। ਬਿਲਕੁਲ ਲਿਖਿਆ ਜੀ 2/5 ਤੇ ਮੈਂ ਕਹਿੰਦਾ ਵੀ ਮੈਨੂੰ ਦੱਸੋ ਵੀ ਜਿਹੜੀ ਆ ਫ੍ਰੈਕਸ਼ਨ ਆ, ਇਸੇ ਹਿਸਾਬ ਨਾਲ ਮੇਰਾ 100 ਵਿੱਚੋਂ ਕਿੰਨਾ ਹਿੱਸਾ ਆਉਂਦਾ ਹੈ। ਤੇ 100 ਵਿੱਚੋਂ ਦੇਖੋ ਕਈ ਵਾਰੀ ਤੁਹਾਨੂੰ ਇਹ ਵੀ ਗੱਲ ਦੱਸਣਾ ਵੀ ਤੁਹਾਡਾ 5 ਨੰਬਰ ਦਾ ਟੈਸਟ ਲਿਆਏ ਮੈਥ ਦਾ ਤੇ ਨੰਬਰ ਆਏ 2, ਤੇ ਫਿਰ ਉੱਥੇ ਕਹਿੰਦੇ ਵੀ ਦੱਸੋ ਫਿਰ ਜੇ ਇਸੇ ਹਿਸਾਬ ਨਾਲ ਤੇਰੇ ਨੰਬਰ ਆਉਣਗੇ ਤੇ ਤੇਰੇ ਫਿਰ 100 ਚੋਂ ਕਿੰਨੇ ਆਉਣਗੇ? ਉਹਨੂੰ ਕਹਿੰਦੇ ਪਰਸੈਂਟ ਫਾਈਂਡ ਕਰਨੀ। ਪਰਸੈਂਟ ਮਤਲਬ 100 ਵਿੱਚੋਂ। ਹੁਣ 100 ਵਿੱਚੋਂ ਕਰਨ ਲਈ ਥੱਲੇ 100 ਹੋਣਾ ਚਾਹੀਦਾ, ਮੁੱਦਾ ਤੇ ਆ ਵਾ ਜੀ। ਹੁਣ 5 ਨੂੰ ਕਿਹਦੇ ਨਾਲ ਗੁਣਾ ਕਰਾਂ? 20 5 100 25 ਜਾ। ਤੇ ਜੇ ਕਿਸੇ ਫ੍ਰੈਕਸ਼ਨ ਨੂੰ ਮਲਟੀਪਲਾਈ ਕਰਨਾ, ਉਸੇ ਨਾਲ ਥੱਲੇ ਕਰੀ, ਉਸੇ ਨਾਲ ਉੱਤੇ ਕਰੀ, ਕੋਈ ਫਰਕ ਨਹੀਂ ਪੈਂਦਾ। ਉਹ ਇਕੁਇਵਲੈਂਟ ਫ੍ਰੈਕਸ਼ਨ ਕਹਾਉਂਦੀ ਆ, ਉਹਦਾ ਮਤਲਬ ਇੱਕੋ ਹੀ ਹੁੰਦਾ। ਥੱਲੇ ਤੇ ਬਣ ਗਿਆ 20 5 100 ਤੇ ਉੱਤੇ ਬਣ ਗਿਆ 20 ਦੂਣੇ 40। ਜੇ ਮੇਰੇ ਨੰਬਰ 50 ਵਿੱਚੋਂ 2 ਆਏ ਆ ਤੇ 100 ਵਿੱਚੋਂ ਕਿੰਨੇ ਆਉਣਗੇ? 40 ਆਉਣਗੇ। ਇਸ ਚੀਜ਼ ਨੂੰ ਆਪਾਂ ਕਹਿੰਦੇ ਹਾਂ 40%। ਜਿਹੜਾ ਆਹ ਨਾਲ ਲੀਕ ਜੀ ਮਾਰ ਕੇ ਬਿੰਦੀਆਂ ਲਾਉਣੀ ਨਾ, ਇਹਦੀ ਪੰਜਾਬੀ ਕੀ ਆ ਵੀ 40 100 ਵਿੱਚੋਂ। ਹੁਣ ਫਿਰ ਇੱਕ ਹੋਰ ਗੱਲ ਕਰਦੇ ਹਾਂ। ਹੁਣ ਹੁਣੇ ਗੱਲ ਕੀਤੀ 1/2 ਦੀ, ਵੀ ਜੇ ਦੋਵਾਂ ਵਿੱਚੋਂ ਇੱਕ ਹਿੱਸਾ ਮੇਰਾ ਸਿਰਫ 2 ਨੰਬਰ ਦਾ ਟੈਸਟ ਹੀ ਤੇ ਮੇਰਾ ਇੱਕੋ ਹੀ ਨੰਬਰ ਆਇਆ ਤੇ ਮੈਂ ਚਾਹੁੰਦਾ ਵੀ ਮੇਰੇ 100 ਚੋਂ ਕਿੰਨੇ ਆਏ? ਤੁਹਾਨੂੰ ਕਾਹਦੇ ਨਾਲ ਮਲਟੀਪਲਾਈ ਕਰਨਾ ਪਊ? ਹੁਣ 50 ਨਾ ਉੱਤੇ ਤੇ 50 ਨਾ ਥੱਲੇ। ਉੱਤੇ ਬਣ ਗਿਆ 50 5 50, 100 ਚੋਂ ਕਿੰਨੇ ਹੋਣਗੇ? 50 ਨੰਬਰ। ਇੱਥੇ ਵੀ ਇੱਦਾਂ ਆਏ ਹੀ, ਇੱਥੇ ਵੀ ਇੱਦਾਂ ਹੀ ਆ। ਉਹਨੂੰ ਕਹਿੰਦੇ ਜੇ 50%। ਹਾਲੀ ਮੈਂ ਗੱਲ ਲਿਖਦਾ ਇਹਦਾ ਤੇ ਇਹਦਾ ਮਤਲਬ ਸੇਮ ਆ, ਫਰਕ ਨਹੀਂ ਆ। ਹੁਣ ਇਹਦੀ ਲੋੜ ਕਿਉਂ ਪਈ ਹੈ? ਇੰਨੀ ਇੰਪੋਰਟੈਂਟ ਕਿਉਂ ਹੋ ਗਈ ਇਹ ਗੱਲ? ਹੁੰਦਾ ਇੱਦਾਂ ਵਾ ਵੀ ਇੱਕ ਪਾਸੇ ਤੇ ਮੇਰੇ ਨੰਬਰ ਆਉਂਦੇ ਆ, 4 ਨੰਬਰ ਆਏ ਆ, 20 ਨੰਬਰਾਂ ਦਾ ਪੇਪਰ ਹੋਇਆ ਸੀ, ਤੇ ਇੱਕ ਪਾਸੇ ਮੇਰੇ ਇੰਗਲਿਸ਼ ਵਿੱਚੋਂ ਨੰਬਰ ਨੇ ਤੇ ਮੇਰੇ ਪੰਜਾਬੀ 'ਚੋਂ ਨੰਬਰ ਆ ਗਏ ਆ 30 ਆ ਗਿਆ 50 ਵਿੱਚੋਂ। ਤੇ ਮੈਨੂੰ ਫਿਰ ਕੰਪੈਰੀਜ਼ਨ ਕਰਨਾ ਔਖਾ ਹੋ ਜਾਂਦਾ, ਕਿਉਂਕਿ ਉਹ ਨੰਬਰ ਨੇ 20 ਵਿੱਚੋਂ
ਤੇ ਉਹ ਨੰਬਰ ਨੇ 50 ਵਿੱਚੋਂ। ਤੇ ਮੈਂ ਥੋੜ੍ਹੀ ਜਿਹੀ ਹੋਰ ਫਿਗਰ ਨੂੰ ਜਾਣ ਕੇ ਹੀ ਇਹਨੂੰ ਮੈਂ ਇੱਥੇ ਜੀ ਲਓ ਜੀ। ਹੁਣ ਦੇਖੋ ਇਹ ਨੰਬਰ ਆਏ ਆ 20 ਵਿੱਚੋਂ 14, ਇਹ ਨੰਬਰ ਆਏ 50 ਵਿੱਚੋਂ 30। ਤੇ ਮੈਨੂੰ ਇਹ ਫਰਕ ਕਰਨਾ ਔਖਾ ਲੱਗਣ ਡਿਆ ਵੀ ਚੰਗੇ ਨੰਬਰ ਕਿੱਚੋਂ ਆਏ ਆ। ਕਿਉਂ? ਕਿਉਂਕਿ ਦੋਵਾਂ ਦਾ ਡਿਨੋਮੀਨੇਟਰ ਵੱਖੋ ਵੱਖਿਆ। ਉਹ 20 ਦਾ ਟੈਸਟ ਹੋਇਆ, ਉਦੋਂ 50 ਦਾ ਟੈਸਟ ਹੋਇਆ। ਪਰ ਮੇਰੇ ਕੋਲ ਇੱਕ ਤਰੀਕਾ ਵੀ ਮੈਂ ਇਹਨੂੰ ਵੀ 100 ਚੋਂ ਕਰ ਸਕਦਾ। ਜੇ 100 ਚੋਂ ਕਰਨਾ ਤਾਂ 20 ਨੂੰ ਕਿਹਨਾਂ ਮਲਟੀਪਲਾਈ ਕਰਨਾ ਹੋ ਗਿਆ 5 ਨਾਲ, ਤੇ ਉੱਤੇ ਹੀ 5 ਨਾਲ ਕੀਤਾ ਤੇ ਕੀ ਬਣ ਗਿਆ ਜੀ 20 5 100 ਤੇ ਉੱਤੇ ਕਿੰਨਾ ਗਿਆ 14 5 70। ਕਹਿਣ ਦਾ ਮਤਲਬ ਮੇਰੇ ਇਹਦੇ ਵਿੱਚੋਂ ਇਸ ਚੀਜ਼ ਵਿੱਚੋਂ ਇਹ 70% ਨੰਬਰ ਨੇ। ਤੇ ਜਿਹੜਾ 30/50 ਸੀ ਉਹਨੂੰ ਵੀ ਕਿਹਦੇ ਨਾਲ ਮਲਟੀਪਲਾਈ ਕਰਾਂਗੇ? ਥੱਲੇ ਵੀ 2 ਨਾ, ਉੱਤੇ ਵੀ 2 ਨਾ, ਤੇ 60/100। ਤੇ ਇਹ ਕਿੰਨਾ ਬਣ ਗਿਆ 60%। ਹੁਣ ਵੇਖੋ ਨੰਬਰ ਚੰਗੇ ਕਿਹੜੇ ਨੇ? ਚੰਗੇ ਨੰਬਰ ਇਹਦੇ ਨੇ, ਇੰਗਲਿਸ਼ ਵਾਲੇ। ਪੰਜਾਬੀ ਵਾਲੇ ਨੰਬਰ ਮੇਰੇ ਮਾੜੇ ਨੇ। ਪਰ ਮੈਂ ਇਹਨਾਂ ਨੂੰ ਤਾਂ ਹੀ ਸਮਝ ਪਾਇਆ ਜਦੋਂ ਮੈਂ ਦੋਨਾਂ ਨੂੰ ਪਰਸੈਂਟੇਜ ਬਣਾ ਲਿਆ। ਦੋਵਾਂ ਨੂੰ ਇੱਕ ਚੀਜ਼ ਵਿੱਚੋਂ ਲੱਭਿਆ, 100 ਵਿੱਚੋਂ ਲੱਭਿਆ ਦੋਵਾਂ ਨੂੰ। ਇਹ ਜਿਹੜਾ 14/20 ਲਿਖਿਆ ਸੀ ਉਹਨੂੰ ਵੀ 100 ਚੋਂ ਕਰ ਲਿਆ, ਤੇ ਉਹ ਕਿੰਨਾ ਆ ਗਿਆ ਜੀ 70%। ਤੇ ਜਿਹੜਾ 30/50 ਹੀ ਹੋ ਗਿਆ 60%। ਘੱਟ ਨੰਬਰ ਪੰਜਾਬੀ 'ਚੋਂ ਆਇਆ, ਵੱਧ ਨੰਬਰ ਇੰਗਲਿਸ਼ ਵਿੱਚੋਂ ਆਇਆ। ਇਸ ਕਰਕੇ ਆਪਾਂ ਪਰਸੈਂਟੇਜ ਬਣਾਉਂਦੇ ਹਾਂ। ਬੜੀ ਸਾਡੀ ਇਹ ਆਮ ਜ਼ਿੰਦਗੀ ਦੀ ਖੇਡ ਆ। ਮੈਂ ਹੁਣ ਸਿਰਫ ਤੇ ਸਿਰਫ ਇੰਨੀ ਗੱਲ ਦੱਸਣੀ ਹੈ ਤੁਹਾਨੂੰ, ਹੋਰ ਸੌਖਾ ਕਰਨਾ ਵੀ ਤੁਹਾਨੂੰ ਬਹੁਤਾ ਹੁਣ ਸੋਚਣਾ ਨਾ ਪਵੇ। ਉੱਦਾਂ ਤੇ ਤੁਹਾਨੂੰ ਹਰ ਚੀਜ਼ ਸੋਚ ਕੇ ਕਰਨੀ ਚਾਹੀਦੀ ਹੈ, ਫਿਰ ਹੀ ਮੈਥ ਚੰਗੀ ਤਰ੍ਹਾਂ ਹੁੰਦਾ। ਜਦੋਂ ਵੀ ਕਿਸੇ ਫਰੈਕਸ਼ਨ ਦਾ ਪਰਸੈਂਟੇਜ ਬਣਾਉਣੀ ਹੈ ਉਹਨੂੰ 100 ਨਾਲ ਮਲਟੀਪਲਾਈ ਕਰ ਦਿਓ ਬਸ। ਕਿਉਂਕਿ ਆਪਾਂ ਇੱਥੇ ਵੀ ਤਾਂ 100 ਨੂੰ ਛੱਡਦੇ ਹੀ ਹਾਂ, ਉਹਦੇ 'ਚ ਆਹ ਮਤਲਬ ਹੁੰਦਾ। ਜੋ 100 ਨਾਲ ਕਰਦੇ ਆ ਅਸਲ ਦੇ ਵਿੱਚ 100 ਨਾਲ ਉੱਤੇ ਕਰਦੇ ਤੇ 100 ਨਾਲ ਥੱਲੇ ਕਰਦੇ ਆ। ਅਸਲ 'ਚ ਆਹ ਕੰਮ ਹੁੰਦਾ। ਤੂੰ ਜਿਹੜਾ ਥੱਲੇ ਵਾਲਾ 100 ਹੁੰਦਾ ਇਹ ਪਰਸੈਂਟੇਜ ਕਹਿਲਾ ਜਾਂਦਾ ਇੱਥੇ। ਇਹਦੀ ਪੰਜਾਬੀ ਬਣਦੀ 100 ਵਿੱਚੋਂ, ਆਹ ਵੀ ਤਾਂ 100 ਵਿੱਚੋਂ ਹੀ ਨਾ, ਆਹ ਕਹਿੰਦਾ 100 ਵਿੱਚੋਂ। ਤੇ ਇਹਦੀ ਤਾਂ ਗੱਲ ਹੀ ਕੁਛ ਨਹੀਂ ਹੁੰਦੀ ਫਿਰ, ਤੇ ਗੱਲ ਸਿਰਫ ਰਹਿੰਦੀ ਇਹਦੀ। ਤੂੰ ਕੀ ਹੁੰਦਾ 1 5 5 ਤੇ 20 5 100 ਤੇ 20 ਦੂਣੀ 40, 40% ਆ ਗਿਆ। ਕਹਿਣ ਦਾ ਮਤਲਬ ਵੀ ਜਦੋਂ ਵੀ ਫਰੈਕਸ਼ਨ ਤੋਂ ਪਰਸੈਂਟੇਜ ਫਾਈਂਡ ਕਰਨਾ ਤੇ ਮਲਟੀਪਲਾਈ ਕਿਤੇ ਨਾ ਕਰ ਲਿਆ ਕਰੋ 100 ਦੇ ਨਾਲ। ਪਰ ਕਿਉਂ? ਇਹ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ। ਇਹਨੂੰ ਯਾਦ ਨਹੀਂ ਕਰਨ ਦੀ ਲੋੜ। 100 ਨਾਲ ਹੀ ਕਿਉਂ ਕਰਦੇ ਆ? ਅਸਲ ਕਰਦੇ ਕੁਛ ਨਹੀਂ ਕਿ 100 ਨਾਲ ਉੱਤੇ ਤੇ 100 ਨਾਲ ਥੱਲੇ ਕਰਦੇ ਆ। ਕਿਉਂਕਿ ਅਸੀਂ ਕਿਸੇ ਵੀ ਫਰੈਕਸ਼ਨ ਨੂੰ ਉਸੇ ਨੰਬਰ ਨਾਲ ਉੱਤੇ ਮਲਟੀਪਲਾਈ ਕਰ ਸਕਦੇ, ਉਸੇ ਨੰਬਰ ਨਾਲ ਥੱਲੇ, ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੇ ਉਹ ਫਿਰ ਆਪਾਂ ਉਸ ਇੱਕ ਥੱਲੇ ਵਾਲੇ 100 ਨੂੰ ਛੱਡਦੇ ਨੇ। ਕਿਉਂ? ਕਿਉਂਕਿ ਉਹਦਾ ਹੀ ਮਤਲਬ ਕਹਿੰਦਾ ਪਰਸੈਂਟੇਜ। ਆਓ ਜੀ ਕੁਝ ਸਵਾਲ ਹੁਣ ਇਹਦੇ ਨਾਲ ਦੇ ਕਰੀਏ ਜਿਹੜੀ ਤੁਹਾਡੀ ਅਸਾਈਨਮੈਂਟਸ ਨੇ। ਪਹਿਲਾ ਸਵਾਲ ਸਾਡੇ ਕੋਲ ਹੈ ਜੀ 5/4। 5/4 ਨੂੰ ਪਰਸੈਂਟੇਜ ਬਦਲਣਾ ਬਾਈ 100 100 ਕੀਤਾ। 1 ਚੌਕਾ ਚੌਕਾ, 25 ਚੌਕਾ 100, ਤੇ ਆ ਗਿਆ 25 5 125%। ਹੁਣ 125% ਦਾ ਮਤਲਬ ਕੀ ਹੈ? 100 ਵਿੱਚੋਂ 125। ਤੇ ਕਿਉਂ? ਕਿਉਂਕਿ ਇਹ 5/4 ਹੋਈ, ਤੇ ਉਹ ਵੀ 4 ਵਿੱਚੋਂ ਥੱਲੇ 4 ਹਿੱਸੇ ਹੀ, ਉੱਤੇ 5 ਲਏ। ਉਹ 4 'ਚੋਂ ਨਹੀਂ ਲਏ ਹੁੰਦੇ ਅਸਲ ਦੇ ਵਿੱਚ। ਉਹ ਇੱਕ ਇੰਪਰੋਪਰ ਫਰੈਕਸ਼ਨ ਹੈ, ਉਹਦੇ ਨਾਲ ਇੱਕ ਵੀ ਲੱਗਾ ਵਾ। ਉਹ ਅਸਲ 'ਚ ਇੱਕ ਚੀਜ਼ ਪੂਰੀ ਦੇ ਨਾਲ 1/4 ਹੈ। ਖੈਰ ਚਲੋ, ਮੈਨੂੰ ਕੁਝ ਬੱਚੇ ਤਾਂ ਇੱਥੋਂ ਗੱਲ ਸੋਚ ਜਾਂਦੇ, ਕਈ ਨਹੀਂ ਵੀ ਸੋਚਦੇ। ਖੈਰ ਕੋਈ ਗੱਲ ਨਹੀਂ ਜੀ। ਅੱਗੇ ਜੀ ਸਾਡੇ ਕੋਲ ਦੂਜਾ ਸਵਾਲ 1/8। ਇਹਨੂੰ ਵੀ 100 ਨਾਲ ਮਲਟੀਪਲਾਈ ਕਰਾਂਗੇ। ਥੋੜ੍ਹੀ ਜਿਹੀ ਕਟਿੰਗ ਹੋ ਰਹੀ ਹੈ ਜੀ। 4 ਦੂਣੀ 8 ਤੇ 25 ਚੌਕਾ 100, ਤੇ ਬਣ ਗਿਆ ਜੀ 25/2%। ਤੁਹਾਡੀ ਮਰਜ਼ੀ ਆ, ਇਹਨੂੰ ਪੁਆਇੰਟਾਂ 'ਚ ਲੈ ਲਓ। 25 ਦਾ ਕਿੰਨਾ ਹੁੰਦਾ ਜੀ 12.5। ਪਰਸੈਂਟ ਨਹੀਂ ਛੱਡਣਾ, ਇਹ ਲਿਖਣਾ ਹੀ ਲਿਖਣਾ ਨਾਲ। ਇਹ ਨਹੀਂ ਭੁੱਲ ਜਾਣਾ ਕਿ ਤੁਹਾਨੂੰ ਪਰਸੈਂਟ ਲਿਖਣਾ ਹੀ ਲਿਖਣਾ ਹੈ। ਨਹੀਂ ਤਾਂ ਉਹਦਾ ਮਤਲਬ ਹੀ ਹੋ ਰਿਹਾ। ਜੇ ਮੈਂ ਸਿਰਫ ਇੰਨੀ ਗੱਲ ਲਿਖਦਾ ਨਾ 7, ਇਹ ਤਾਂ ਉੱਦਾਂ ਹੀ 7 ਆ। ਇਹਦਾ ਮਤਲਬ 7 ਕੀ 7 ਨੰਬਰ ਆਏ, ਕਾਚੋਂ ਆਏ? 20 ਚੋਂ ਆਏ, 10 ਚੋਂ ਆਏ, ਤੇ ਕੋਈ ਮਤਲਬ ਨਹੀਂ। ਇਹ ਸਾਨੂੰ ਕੋਈ ਜਾਣਕਾਰੀ ਨਹੀਂ ਮਿਲਦੀ ਵੀ ਸਾਡੇ 7 ਨੰਬਰ ਕਾਹਦੇ 'ਚੋਂ ਆਏ। ਪਰ ਜਦੋਂ ਮੈਂ ਲਿਖ ਦਿੰਦਾ 7%, ਇਹਦਾ ਮਤਲਬ ਬਣ ਜਾਂਦਾ ਵੀ 100 ਵਿੱਚੋਂ 7 ਆਏ। ਆਹ ਕਹਿੰਦਾ 100 ਵਿੱਚੋਂ ਆਹ ਜਿਹੜੀ ਚੀਜ਼ ਹੈ। ਇਹ ਥੱਲੇ ਲੱਗਣ ਦਾ 100 ਨਜ਼ਰ ਨਹੀਂ ਆਉਂਦਾ। ਘੜੀ ਮੁੜੀ ਥੱਲੇ 100 ਨਹੀਂ ਹੁੰਦੇ। ਲਓ ਸਿਰ ਨਾਲ ਪਰਸੈਂਟ ਹੀ ਲਾ ਲਿਆ ਕਰੋ।
ਤਾਂ ਕਿ ਗੱਲ ਸਮਝ ਆ ਜੇ ਜੀ। ਬਾਕੀ ਹੋਰ ਸਵਾਲ ਕਰਦੇ ਹਾਂ ਥੋੜ੍ਹਾ 3/40 ਨੂੰ % ਲਿਖਣਾ। ਹਾਂ, ਜੇ ਇਕੱਲਾ ਹੀ 7 ਹੁੰਦਾ, ਜੇ ਇਕੱਲਾ ਹੀ 7 ਹੁੰਦਾ, ਇਹ ਵੀ ਗੱਲ ਕਰਕੇ ਜਾਈਏ ਜੀ। 7% ਦਾ ਮਤਲਬ ਤੁਹਾਨੂੰ ਸਮਝ ਆ ਗਿਆ ਵੀ ਉਹਦੇ 7/100 ਆ। ਪਰ ਜੇਕਰ ਇਕੱਲਾ ਹੀ 7 ਹੋਵੇ ਤੇ ਇਹਦੇ % ਬਣਾਉਣੀ ਆ, ਇਹਨੂੰ 100 ਨਾਲ ਗੁਣਾ ਕਰੀਦਾ ਜੀ, ਤੇ ਉਹ ਬਣ ਗਿਆ 700%। ਹੁਣ ਇਹਦਾ ਕੀ ਮਤਲਬ ਹੋਇਆ? ਇਹ ਨਾਲ % ਨਜ਼ਰ ਨਹੀਂ ਆਉਂਦਾ, ਪਰ ਲਿਖਣਾ ਅੱਗੇ ਮੈਂ ਲਿਖਿਆ ਵਾ 700। ਬੜੀ ਵਧੀਆ ਗੱਲ ਆ ਗਈ। ਜਿਹੜਾ 7 ਜੇ % ਲਿਖਣੀ ਆ ਤੇ 7 ਗੁਣਾ 100 700%। ਇਹ ਕੀ ਗੱਲ ਹੋਈ? ਸਾਡਾ 700%। ਤੁਸੀਂ ਸੋਚਿਓ, ਫਿਰ ਦੱਸਾਂਗੇ। ਇਹ ਨਾ ਹਿੰਟ ਦੇਣਾ, ਥੱਲੇ 1 ਲੱਗਾ, 7 ਥੱਲੇ ਕੀ ਲੱਗਾ? 1 1 ਪਿੱਛੇ 7 ਤੇ 100 ਪਿੱਛੇ 700। ਠੀਕ ਹੈ ਜੀ। ਆਓ ਜੀ 3/40 ਦੀ ਗੱਲ ਕਰੀਏ। 3/40 ਦੀ % ਬਣਾਉਣੀ ਆ, ਗੁਣਾ 100 ਕੀਤਾ ਜੀ, 1 0 ਕੱਟੀ ਗਈ, ਤੇ 2 ਦੂਣੀ 4 ਤੇ 5 ਦੂਣੀ 10, ਤੇ ਆ ਗਿਆ 15/2%। ਜੇ ਪੁਆਇੰਟ 'ਚ ਲਿਖਣ ਦੇ 7.5% ਹੋਈ, ਤੁਸੀਂ ਇਹਨੂੰ ਲਿਖ ਸਕਦੇ ਹੋ। ਹੁਣ ਅਗਲੀ ਗੱਲ ਕਰੀਏ ਜੀ। ਕਈ ਵਾਰੀ ਸਾਨੂੰ ਸਵਾਲ ਇਹ ਵੀ ਕਹਿੰਦੇ ਆ ਵੀ 0.61 ਦਾ % ਬਣਾਓ। ਹੁਣ ਆਹ ਕੌਣ ਹੈ ਚੀਜ਼ ਬਣਾ? ਇਹ ਅਸਲ 'ਚ ਕੌਣ ਆ? ਇਹ ਪਹਿਲਾਂ ਹੀ ਹੈਗਾ ਜੇ 61/100 ਪੁਆਇੰਟ ਨੂੰ ਰਿਮੂਵ ਕਰਨ ਦਾ ਤਰੀਕਾ। ਇਹ ਵੀ ਕਿਉਂ ਕਰੀਦਾ? ਛੱਡੋ, ਹੁਣ ਆਪਾਂ ਸਵਾਲ ਕਰੀਏ ਬਸ। ਜਦੋਂ ਪੁਆਇੰਟ ਇੱਥੇ ਲੱਗਾ, ਪੁਆਇੰਟ ਜਗ੍ਹਾ ਦੇ ਲਾ ਦੀਦਾ, ਅੱਗੇ ਜਿੰਨੇ ਜਿਹੜੇ ਨੇ 2 ਜ਼ੀਰੋ ਲਾਏ ਗਏ, ਇਹ ਰੱਟੇ ਮਾਰਨ ਵਾਲੀ ਗੱਲ ਆ, ਅਸਲ ਇਹਦਾ ਕੋਈ ਮਤਲਬ ਨਹੀਂ। 100 ਨਾਲ ਕੀਤਾ ਗੁਣਾ % ਬਣਾਉਣ ਲਈ 100 ਨਾਲ 100 ਕੱਟਿਆ ਗਿਆ, ਤੇ ਬਾਕੀ ਬਚ ਗਿਆ 61%। ਆ 0.61 ਆ, ਇਹਦਾ ਮਤਲਬ ਹੈ ਵੀ 100 ਵਿੱਚੋਂ, ਇਹਦਾ ਹੀ ਮਤਲਬ ਆ 100 ਵਿੱਚੋਂ 61 ਨੰਬਰ ਆਏ। 61% ਦਾ ਮਤਲਬ ਹੈ। ਜਦੋਂ ਵੀ ਪੁਆਇੰਟਰ ਨੂੰ ਬਦਲਣਾ, ਜੇਕਰ ਤੁਹਾਡੇ ਕੋਲ ਲਿਖਿਆ ਨਾ 0.5 ਵੀ ਲਿਖਿਆ ਵਾ, ਇਹ ਅਸਲ 'ਚ ਕੌਣ ਆ? 5/10। ਇਹਦੀ % ਬਣਾਉਣੀ ਆ, ਇਹਨੂੰ 100 ਨਾਲ ਮਲਟੀਪਲਾਈ ਕਰ ਦਿਓ, 0 0 ਕੱਟੇਗੀ, ਤੇ ਆ ਗਿਆ 50%। ਹੁਣ 50% ਕੀ ਹੁੰਦਾ? 100 ਵਿੱਚੋਂ 50, ਉਹਦੇ ਅੱਧੇ। ਤੇ ਆ ਵੀ ਕੌਣ ਆ? ਇਹ ਵੀ ਅਸਲ 'ਚ ਅੱਧਾ ਹੀ ਆ। ਕਿਉਂ? ਇਹ ਕੌਣ ਆ? 5/10। 10 ਵਿੱਚੋਂ 5 ਅੱਧੇ ਹੋ ਗਏ। 0.5 ਐਂ ਲਿਖਦੇ ਨੇ 2.5, ਤੇ ਆਹ 2 ਕਿਲੋ ਤਾਂ ਚੀਜ਼ ਪੂਰੀ ਹੁੰਦੀ ਆ, ਆਹ ਹੁੰਦੀ ਅੱਧਾ ਕਿਲੋ। ਥੈਂਕਸ, ਸਤਿ ਸ਼੍ਰੀ ਅਕਾਲ।